Good morning, students. Once again, welcome to my YouTube channel. This is first lesson, part second of Venus studies, nature of purpose of Venus. In this session, we are discussing about the Venus and types of Venus. We are start from this. ਸਟਾਰਟਿੰਗ ਫਰੋਮ ਟੂ ਦੀਆਂ ਰੋਲ ਆਫ ਪ੍ਰੋਫਿਟ ਵੀ ਪ੍ਰੋਫਿਟ ਦਾ ਸਾਡੇ ਜੀਵਨ ਦੇ ਵਿੱਚ ਕੀ ਰੋਲ ਆ। ਫਸਟ ਹੈਗਾ ਸਰਵਾਈਵਲ, ਵੀ ਜੇਕਰ ਅਸੀਂ ਲੰਬੀ ਗਰੋਥ ਕਰਨੀ ਆ ਜਾਂ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਮਾਰਕੀਟ ਦੇ ਵਿੱਚ ਰੱਖਣਾ ਵਾ ਤਾਂ ਸਾਨੂੰ ਕੀ ਆ ਪ੍ਰੋਫਿਟ ਦੀ ਲੋੜ ਪਏਗੀ। ਦੀ ਪ੍ਰੋਫਿਟ ਇਜ਼ ਅ ਲੀਡਿੰਗ ਰਿਸੋਰਸ ਆਫ ਟੂ ਦੀ ਬਿਜ਼ਨਸ ਐਗਜ਼ਿਸਟੈਂਸ ਐਂਡ ਸਰਵਾਈਵਲ ਇਨ ਦੀ ਫਿਊਚਰ। ਅ ਬਿਜ਼ਨਸ ਕੈਨ ਬੀ ਅ ਰਨ ਇਨ ਦੀ ਲੌਂਗ ਰਨ ਓਨਲੀ ਇਫ ਇਟ ਇਜ਼ ਅ ਅਨਐਡੁਕੇਟ ਪ੍ਰੋਫਿਟ, ਵੀ ਜੇਕਰ ਅਸੀਂ ਐਡੂਕੇਟ ਪ੍ਰੋਫਿਟ ਯਾਨੀ ਕਿ ਸਾਨੂੰ ਜ਼ਿਆਦਾ ਪ੍ਰੋਫਿਟ ਹੁੰਦੇ ਹੋਣਗੇ ਤਾਂ ਹੀ ਅਸੀਂ ਆਪਣੇ ਬਿਜ਼ਨਸ ਨੂੰ ਅੱਗੇ ਤੱਕ ਰਨ ਕਰ ਸਕਦੇ ਹਾਂ। ਨੈਕਸਟ ਹੈਗਾ ਐਫੀਸ਼ੀਐਂਸੀ ਮੈਜਰਸ ਟੂਲ, ਵੀ ਅਸੀਂ ਕਿਸ ਤਰੀਕੇ ਨਾਲ ਵੀ ਜਿਹੜਾ ਪ੍ਰੋਫਿਟ ਹੁੰਦਾ ਵਾ ਉਹ ਸਾਡੀ ਐਫੀਸ਼ੀਐਂਸੀ ਨੂੰ ਦਰਸਾਉਂਦਾ ਵੀ ਅਸੀਂ ਕੰਮ ਦੀ ਕਰਨ ਦੀ ਸਮਰੱਥਾ ਕਹਿ ਜੇ, ਸਾਡੀ ਪਰਫੋਰਮੈਂਸ ਕਹਿ ਜੇ, ਅਸੀਂ ਉਹ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਅਚੀਵ ਕਰ ਪਾਉਂਦੇ ਹਾਂ। ਜੇਕਰ ਸਾਡੀ ਐਫੀਸ਼ੀਐਂਸੀ ਵਧੀਆ ਹੋਊ ਤਾਂ ਇਸ ਦਾ ਮਤਲਬ ਕਿ ਅਸੀਂ ਆਪਣਾ ਪ੍ਰੋਫਿਟ ਵੀ ਵਧੀਆ ਢੰਗ ਨਾਲ ਅਰਨ ਕਰ ਸਕਦੇ ਹਾਂ। ਨੈਕਸਟ ਹੈਗਾ ਵਾ ਫੈਸਿਲਿਟੇਟ ਟੂ ਦੀ ਫਿਊਚਰ ਗਰੋਥ ਐਂਡ ਐਕਸਪੈਂਸ਼ਨ, ਵੀ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਫਿਊਚਰ ਦੇ ਵਿੱਚ ਕੀ ਆ ਆਪਣੇ ਜਿਹੜਾ ਬਿਜ਼ਨਸ ਆ ਉਹਨੂੰ ਵਧਾ ਸਕੋ ਅਤੇ ਉਹਨੂੰ ਐਕਸਪੈਂਡ ਕਰ ਸਕੋ ਤਾਂ ਇਸ ਦੇ ਲਈ ਪ੍ਰੋਫਿਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਜੇਕਰ ਤੁਹਾਨੂੰ ਪ੍ਰੋਫਿਟ ਹੁੰਦੇ ਹੋਣਗੇ, ਤੁਹਾਨੂੰ ਗਰੋਥ ਦਿਖਦੀ ਹੋਊਗੀ ਤਾਂ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਹੋਰ ਪੈਸਾ ਲਾਓਗੇ ਅਤੇ ਉਹਨੂੰ ਐਕਸਪੈਂਡ ਕਰਨ ਅਤੇ ਉਹਨੂੰ ਡਾਇਵਰਸੀਫਾਈ ਕਰਨ ਦੇ ਵਿੱਚ ਬਾਰੇ ਸੋਚੋਗੇ ਤਾਂ ਜੋ ਕੀ ਆ ਤੁਹਾਡਾ ਬਾਅਦ ਵਿੱਚ ਕੀ ਹੋਵੇ ਤੁਸੀਂ ਆਪਣੇ ਗੋਲਸ ਨੂੰ ਅਚੀਵ ਕਰ ਸਕੋ ਅਤੇ ਆਪਣੀ ਇੱਕ ਹਾਇਰ ਪੋਜੀਸ਼ਨ ਗੇਨ ਕਰ ਸਕੋ ਮਾਰਕੀਟ ਦੇ ਵਿੱਚ। ਨੈਕਸਟ ਹੈ ਰਿਵਾਰਡਸ ਐਂਡ ਬੀਅਰਿੰਗ ਦੀ ਰਿਸਕ, ਵੀ ਜੇਕਰ ਤੁਸੀਂ ਰਿਸਕ ਬੀਅਰ ਕਰਦੇ ਹੋ, ਜਿੰਨਾ ਜ਼ਿਆਦਾ ਬੰਦਾ ਰਿਸਕ ਲੈਂਦਾ ਵਾ, ਜਿੰਨਾ ਜ਼ਿਆਦਾ ਜੋਖਿਮ ਉਠਾਉਂਦਾ ਵਾ ਤਾਂ ਉਨੇ ਹੀ ਉਹਦੇ ਪ੍ਰੋਫਿਟ ਆਉਣ ਦੇ ਚਾਂਸਿਸ ਹੁੰਦੇ ਆ। ਜਿਵੇਂ ਕਿ ਹੁਣ ਲੋਕਡਾਊਨ ਦੇ ਵਿੱਚ ਕੀ ਆ ਵੀ ਜਿਹੜੇ ਪਰਸਨਸ ਨੇ ਰਿਸਕ ਟੇਕ ਕੀਤਾ ਵੀ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਸੈਨੀਟਾਈਜ਼ਰ ਨੇ ਆਪਣੇ ਕੋਲ ਹੋਲਡ ਕਰਕੇ ਰੱਖੇ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਪ੍ਰੋਫਿਟ ਅਰਨ ਵੀ ਕੀਤਾ ਜਿਨ੍ਹਾਂ ਕੋਲ ਹੁਣ ਸੀਗੇ, ਬਟ ਜਿਨ੍ਹਾਂ ਕੋਲ ਅਵੇਲੇਬਿਲਿਟੀ ਨਹੀਂ ਸੀਗੀ ਤਾਂ ਉਹ ਪ੍ਰੋਫਿਟ ਬਾਰੇ ਸੋਚ ਹੀ ਨਹੀਂ ਸਕਦੇ ਸੀ। ਤਾਂ ਇਸ ਦਾ ਮਤਲਬ ਕੀ ਆ ਵੀ ਜਿਹਨੇ ਰਿਸਕ ਬੀਅਰ ਕਰੇਗਾ ਤਾਂ ਉਨੇ ਹੀ ਜ਼ਿਆਦਾ ਉਹਨੂੰ ਪ੍ਰੋਫਿਟ ਹੋਣ ਦੇ ਚਾਂਸਿਸ ਨੇ। ਤਾਂ ਬਿਜ਼ਨਸਮੈਨ ਉਹੀ ਬੰਦਾ ਬਣ ਸਕਦਾ ਵਾ ਜਿਹੜਾ ਰਿਸਕ ਨੂੰ ਟੇਕ ਕਰੇ ਅਤੇ ਉਹਦੇ ਨਾਲ ਉਹ ਪ੍ਰੋਫਿਟ ਅਰਨ ਕਰੇ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਨੈਕਸਟ ਹੈ ਸਾਡਾ ਬਿਲਡ ਕ੍ਰੈਡਿਟ, ਵੀ ਹੁਣ ਜਿਹੜਾ ਅਸੀਂ ਕ੍ਰੈਡਿਟ ਜੇ ਤੁਸੀਂ ਉਧਾਰ ਨੂੰ ਆਪਣੀ ਵਰਥ ਵਧਾਉਣਾ ਚਾਹੁੰਦੇ ਹੋ ਵੀ ਮੈਨੂੰ ਕੋਈ ਬੰਦਾ ਉਧਾਰ ਦੇਵੇ ਅਤੇ ਮੇਰੀ ਰੈਪੂਟੇਸ਼ਨ ਬਣੀ ਰਹੇ ਮਾਰਕੀਟ ਦੇ ਵਿੱਚ ਤਾਂ ਉਹਦੇ ਲਈ ਤੁਹਾਨੂੰ ਪ੍ਰੋਫਿਟ ਹਾਇਰ ਸ਼ੋ ਕਰਨੇ ਪੈਣਗੇ। ਤੁਹਾਡੀ ਬਿਜ਼ਨਸ ਦੇ ਵਿੱਚ ਹਾਇਰ ਪ੍ਰੋਫਿਟ ਹੋਣੇ ਜ਼ਰੂਰੀ ਨੇ। ਜੇਕਰ ਤੁਹਾਡੇ ਹਾਇਰ ਪ੍ਰੋਫਿਟ ਹੋਣਗੇ ਤਾਂ ਤੁਸੀਂ ਕੀ ਆ ਆਪਣੀ ਜਿਹੜੇ ਕ੍ਰੈਡੀਟਰਸ ਨੇ ਅਤੇ ਬਾਹਰੋਂ ਪੈਸਾ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਉਹ ਤੁਸੀਂ ਈਜ਼ੀਲੀ ਹੀ ਉਹਨਾਂ ਨੂੰ ਲੈ ਸਕਦੇ ਹੋ। ਨੈਕਸਟ ਹੈਗਾ ਵਾ ਇਹਦਾ ਕਨਕਲੂਜ਼ਨ ਕੀ ਬਣਦਾ ਵੀ ਜਿਹੜਾ ਪ੍ਰੋਫਿਟ ਹੁੰਦਾ ਵਾ ਉਹ ਕੀ ਹੈ ਐਕਸਟ੍ਰੀਮਲੀ ਇੰਪੋਰਟੈਂਟ ਆ ਐਨੀ ਬਿਜ਼ਨਸ ਦੇ ਲਈ। ਬਿਨਾਂ ਪ੍ਰੋਫਿਟ ਤੋਂ ਕੋਈ ਵੀ ਬਿਜ਼ਨਸ ਰਨ ਨਹੀਂ ਹੋ ਸਕਦਾ ਅਤੇ ਉਹ ਕਦੇ ਵੀ ਆਪਣੇ ਕੋਈ ਵੀ ਜਿਹੜੇ ਓਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਨਹੀਂ ਕਰ ਸਕਦਾ ਬਿਨਾਂ ਪ੍ਰੋਫਿਟ ਤੋਂ। ਤਾਂ ਪ੍ਰੋਫਿਟ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਇਸ ਕਰਕੇ ਸਾਨੂੰ ਪ੍ਰੋਫਿਟ ਜ਼ਰੂਰੀ ਹੁੰਦੇ ਆ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਲਈ। ਨੈਕਸਟ ਹੈ ਸਾਡਾ ਕਲਾਸੀਫਿਕੇਸ਼ਨ ਆਫ ਦੀ ਬਿਜ਼ਨਸ ਐਕਟੀਵਿਟੀਜ਼, ਵੀ ਜਿਹੜੇ ਬਿਜ਼ਨਸ ਹੁੰਦੇ ਉਹ ਕਿਸ ਤਰੀਕੇ ਦੇ ਹੁੰਦੇ ਆ। ਬਿਜ਼ਨਸ ਦੋ ਤਰ੍ਹਾਂ ਦੇ ਹੁੰਦੇ ਆ, ਇੰਡਸਟਰੀ ਐਂਡ ਕਾਮਰਸ। ਇੰਡਸਟਰੀ ਅਲੱਗ ਚੀਜ਼ ਆ, ਕਾਮਰਸ ਅਲੱਗ ਚੀਜ਼ ਆ ਅਤੇ ਇੰਡਸਟਰੀ ਨੂੰ ਫਰਦਰ ਡਿਵਾਈਡ ਕੀਤਾ ਗਿਆ 3 ਪਾਰਟਸ ਦੇ ਵਿੱਚ, ਪ੍ਰਾਇਮਰੀ, ਸੈਕੰਡਰੀ ਐਂਡ ਟੈਰੀਟਰੀਜ਼। ਅਤੇ ਕਮਰਸ ਨੂੰ ਡਿਵਾਈਡ ਕੀਤਾ ਟਰੇਡਸ ਅਤੇ ਐਲਗਜ਼ਰੀਜ਼ ਟੂ ਦੀਆਂ ਟਰੇਡਸ ਜਾਂ ਏਡਸ ਟੂ ਟਰੇਡ ਵੀ ਕਿਹਾ ਜਾਂਦਾ ਹੁੰਦਾ ਵਾ। ਤਾਂ ਇਹਦੇ ਬਾਰੇ ਅਸੀਂ ਹੁਣ ਡਿਸਕਸ ਕਰਾਂਗੇ ਵੀ ਇਹ ਕੀ ਹੁੰਦੇ ਆ। ਫਸਟ ਹੈਗਾ ਕਲਾਸੀਫਿਕੇਸ਼ਨ ਆਫ ਬਿਜ਼ਨਸ ਐਕਟੀਵਿਟੀ, ਅਸੀਂ ਬਿਜ਼ਨਸ ਐਕਟੀਵਿਟੀ ਨੂੰ ਕਿਵੇਂ ਵੰਡਾਂਗੇ ਬਿਜ਼ਨਸ ਐਕਟੀਵਿਟੀ ਨੂੰ ਕਿਵੇਂ ਵੰਡਾਂਗੇ। ਫਸਟ ਹੈਗਾ ਇੰਡਸਟਰੀ। ਇੰਡਸਟਰੀ ਇਜ਼ ਦੀ ਪਾਰਟ ਆਫ ਟੂ ਦੀ ਸੈਕੰਡਰੀ ਐਕਟੀਵਿਟੀ। ਸੈਕੰਡਰੀ ਐਕਟੀਵਿਟੀ ਔਰ ਮੈਨੂਫੈਕਚਰਿੰਗ ਕਨਵਰਟਿੰਗ ਦੀ ਰॉ ਮਟੀਰੀਅਲ ਇਨਟੂ ਦੀ ਪ੍ਰੋਡਕਟਸ of the more value to the people. Industry refers to the economic activity concerned with the production of goods and extraction of to the service and provision of service। ਵੀ ਜਿਹੜਾ ਇੰਡਸਟਰੀ ਕੀ ਆ ਉਹ ਇੱਕ ਸੈਕੰਡਰੀ ਐਕਟੀਵਿਟੀ ਆ। ਇਹ ਐਕਟੀਵਿਟੀ ਸਾਨੂੰ ਕੀ ਆ ਮੈਨੂਫੈਕਚਰਿੰਗ ਦੇ ਵਿੱਚ ਹੈਲਪ ਕਰਦੀ ਹੈ। ਮੈਨੂਫੈਕਚਰਿੰਗ ਦਾ ਮਤਲਬ ਕੀ ਹੁੰਦਾ ਵੀ ਇੱਕ ਕੱਚਾ ਮਾਲ ਲੈ ਕੇ ਆਉਣਾ ਅਤੇ ਕੱਚੇ ਮਾਲ ਤੋਂ ਕੀ ਆ ਤੁਸੀਂ ਇੱਕ ਪ੍ਰੋਡਕਟ ਬਣਾ ਲੈਣਾ ਅਤੇ ਉਹ ਪ੍ਰੋਡਕਟ ਦੀ ਵੈਲਿਊ ਨੂੰ ਵਧਾਉਣਾ ਅਤੇ ਉਹ ਪ੍ਰੋਡਕਟ ਨੂੰ ਕੀ ਆ ਤੁਸੀਂ ਮਾਰਕੀਟ ਦੇ ਵਿੱਚ ਸੇਲ ਆਊਟ ਕਰੋ ਅਤੇ ਜਦੋਂ ਉਹਨੂੰ ਮਾਰਕੀਟਸ ਨੂੰ ਤੁਸੀਂ ਸੇਲ ਆਊਟ ਕਰਦੇ ਹੋ ਤਾਂ ਤੁਹਾਨੂੰ ਉਹਦੇ ਵਿੱਚੋਂ ਪ੍ਰੋਫਿਟ ਅਰਨ ਹੁੰਦੇ ਆ। ਇੰਡਸਟਰੀ ਕੀ ਹੁੰਦੀ ਹੈ ਯਾਦ ਰੱਖਣਾ ਵੀ ਜਿੱਥੇ ਕੋਈ ਨਾ ਕੋਈ ਚੀਜ਼ ਬਣਦੀ ਹੋਵੇ, ਯਾਨੀ ਕਿ ਉੱਥੋਂ ਹੀ ਅਸੀਂ ਕੋਈ ਨਾ ਕੋਈ ਚੀਜ਼ ਮੈਨੂਫੈਕਚਰਿੰਗ ਕਰੀਏ। ਫੋਰ ਐਗਜ਼ਾਮਪਲ ਜਿਵੇਂ ਸ਼ੂ ਕੰਪਨੀਜ਼ ਹੁੰਦੀਆਂ ਨੇ, ਐਡੀਡਾਸ ਨੇ, ਰੀਬੌਕਸ ਨੇ, ਉਹ ਕੀ ਆ ਆਪਣੇ ਆਪ ਉੱਥੇ ਪ੍ਰੋਡਕਸ਼ਨ ਕਰਦੇ ਆਪਣੇ ਸ਼ੂਜ਼ ਦੀ ਅਤੇ ਉਹਦੇ 'ਤੇ ਆਪਣਾ ਟੈਗ ਲਗਾ ਕੇ ਉਹਨੂੰ ਸੇਲ ਆਊਟ ਕਰਦੇ ਆ। ਤਾਂ ਉਹ ਕੀ ਹੈ ਇੱਕ ਤਰ੍ਹਾਂ ਦੀਆਂ ਇੰਡਸਟਰੀਜ਼ ਨੇ। ਅਤੇ ਜਿਹੜਾ ਬਿਜ਼ਨਸ ਹੁੰਦਾ ਵਾ ਜਾਂ ਤੁਸੀਂ ਕਹਿ ਦਿਓ ਵੀ ਕਮਰਸ ਹੁੰਦੀ ਆ ਉਹ ਕੀ ਹੁੰਦੀ ਆ ਉਹ ਮੈਨੂਫੈਕਚਰਿੰਗ ਨਹੀਂ ਕਰਦੀ। ਜਿਹੜੀ ਚੀਜ਼ ਮੈਨੂਫੈਕਚਰ ਹੋਈ ਆ ਉਹਨੂੰ ਕੀ ਆ ਉਹਦੇ 'ਤੇ ਆਪਣਾ ਟੈਗ ਲਗਾ ਕੇ ਉਹ ਅੱਗੇ ਸੇਲ ਆਊਟ ਕਰਦੀ ਆ।
ਫੋਰ ਐਗਜ਼ਾਮਪਲ ਮੌਂਟੀ ਕਾਰਲੋ, ਰੀਬੌਕਸ, ਐਡੀਡਾਸ ਜਿਹੜੇ ਗਾਰਮੈਂਟਸ ਸੇਲ ਕਰਦੇ ਆ ਕੀ ਆ ਬਣ ਕੇ ਕਿਸੇ ਹੋਰ ਜਗ੍ਹਾ ਆਉਂਦੇ ਆ, ਇਹਨਾਂ ਦੇ ਉੱਤੇ ਟੈਗ ਲੱਗ ਜਾਂਦੇ ਆ ਤਾਂ ਇਹ ਉਸ ਕੰਪਨੀ ਦਾ ਬ੍ਰਾਂਡ ਬਣ ਜਾਂਦਾ ਵਾ। ਤਾਂ ਇਸ ਤਰੀਕੇ ਨਾਲ ਉਹ ਕੀ ਆ ਕਮਰਸ ਬਣ ਜਾਂਦੀ ਆ। ਆਈ ਹੋਪ ਤੁਹਾਨੂੰ ਡਿਫਰੈਂਸ ਵੀ ਸਮਝ ਆ ਗਿਆ ਹੋਵੇਗਾ। ਇੰਡਸਟਰੀ ਉਹ ਚੀਜ਼ ਹੁੰਦੀ ਹੈ ਜਿੱਥੇ ਕੋਈ ਨਾ ਕੋਈ ਚੀਜ਼ ਮੈਨੂਫੈਕਚਰ ਹੋਵੇ, ਅਤੇ ਕਮਰਸ ਕੀ ਹੁੰਦੀ ਆ ਵੀ ਜਿੱਥੇ ਕੋਈ ਚੀਜ਼ ਮੈਨੂਫੈਕਚਰ ਹੋਊਗੀ ਅਸੀਂ ਉਹਨੂੰ ਅੱਗੇ ਫਰਦਰ ਪ੍ਰੋਸੈਸ ਕਰਕੇ ਉਹਨੂੰ ਸੇਲ ਆਊਟ ਕਰਨਾ ਵਾ। ਨੈਕਸਟ ਪਾਰਟ ਹੈ ਇਹਦਾ ਵੀ ਹੁਣ ਜਿਹੜੀਆਂ ਇੰਡਸਟਰੀਜ਼ ਹੁੰਦੀਆਂ ਨੇ ਉਹਦੀਆਂ ਕਲਾਸੀਫਿਕੇਸ਼ਨ ਕੀਤੀਆਂ ਜਾਣਗੀਆਂ। ਕਲਾਸੀਫਿਕੇਸ਼ਨ ਆਫ ਇੰਡਸਟਰੀ ਕੀ ਆ, ਇੰਡਸਟਰੀ ਜਿਹੜੀਆਂ ਨੇ ਉਹ 3 ਪਾਰਟਸ ਦੇ ਵਿੱਚ ਬਰੋਡਲੀ ਵੰਡੀਆਂ ਗਈਆਂ ਨੇ। ਫਸਟ ਪਾਰਟ ਹੈਗਾ ਵਾ ਪ੍ਰਾਇਮਰੀ ਸੈਕਟਰ। ਪ੍ਰਾਇਮਰੀ ਸੈਕਟਰ ਦੇ ਵਿੱਚ ਅਸੀਂ ਆਲ ਐਕਟੀਵਿਟੀਆਂ ਰਿਲੇਟ ਕਰਦੇ ਹਾਂ ਜਿਹਦੇ ਵਿੱਚ ਐਕਸਕ੍ਰੀਸ਼ਨਸ ਔਰ ਪ੍ਰੋਡਕਸ਼ਨ ਆਫ ਟੂ ਦੀਆਂ ਨੈਚੁਰਲ ਰਿਸੋਰਸ, ਜਿਹਦੇ ਵਿੱਚ ਅਸੀਂ ਕੀ ਆ ਕੋਈ ਚੀਜ਼ ਬਣਾਉਣੀ ਆ ਜਾਂ ਉਹ ਨੈਚੁਰਲ ਰਿਸੋਰਸਿਸ ਯਾਨੀ ਕੁਦਰਤੀ ਸਾਧਨਾਂ ਦੁਆਰਾ ਜਿਹੜੀ ਸਾਨੂੰ ਮਿਲਦੀਆਂ ਨੇ ਅਤੇ ਅਸੀਂ ਉਹਨਾਂ ਨੂੰ ਯੂਜ਼ ਕਰਕੇ ਆਪਣੀ ਪ੍ਰੋਡਕਸ਼ਨ ਕਰਦੇ ਹਾਂ। ਨੈਕਸਟ ਸੈਕਿੰਡ ਹੈਗੀ ਆ ਰੀਪਰੋਡਕਸ਼ਨ ਐਂਡ ਡਿਵੈਲਪਮੈਂਟ ਆਫ ਦੀਆਂ ਲਿਵਿੰਗ ਆਰਗੈਨਿਜ਼ਮ ਔਰ ਪਲਾਂਟਸ, ਵੀ ਜਿਹੜੇ ਪਲਾਂਟਸ ਨੇ ਜਾਂ ਹੋਰ ਵੀ ਚੀਜ਼ਾਂ ਜਿਹੜੀਆਂ ਲਿਵਿੰਗ ਆਰਗੈਨਿਜ਼ਮ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣੀ ਪ੍ਰੋਡਕਸ਼ਨ ਕਰਨੀ ਅਤੇ ਉਹਦੀ ਮੈਨੂਫੈਕਚਰਿੰਗ ਕਰਨੀ। ਫੋਰ ਐਗਜ਼ਾਮਪਲ ਵੀ ਬੰਬੋ ਆ, ਬੰਬੋ ਨੂੰ ਅਸੀਂ ਕੱਟ ਕੇ ਕੀ ਆ ਉਹ ਪਲਾਂਟਸ ਨੇ ਉਹਨਾਂ ਨੂੰ ਕੱਟਿਆ ਜਾਂਦਾ ਵਾ ਅਤੇ ਉਹਦੇ ਇੱਕ ਚੀਜ਼ਾਂ ਬਣਾ ਕੇ ਫਿਰ ਅਸੀਂ ਜਿਹੜਾ ਡਾਈਨਿੰਗ ਰੂਮ ਦੇ ਵਿੱਚ ਜਿਵੇਂ ਚੇਅਰਸ ਹੋ ਗਈਆਂ, ਟੇਬਲਸ ਹੋ ਗਏ, ਇਹਨਾਂ ਚੀਜ਼ਾਂ ਦੀ ਮੈਨੂਫੈਕਚਰਿੰਗ ਕੀਤੀ ਜਾਂਦੀ ਆ ਤਾਂ ਉਹ ਰੀਪਰੋਡਕਸ਼ਨ ਅਤੇ ਲਿਵਿੰਗ ਆਰਗੈਨਿਜ਼ਮ ਦੇ ਵਿੱਚ ਆਉਂਦੇ ਆ। ਨੈਕਸਟ ਹੈਗਾ ਵਾ ਪ੍ਰਾਇਮਰੀ ਸੈਕਟਰਸ ਜਿਹੜੇ ਨੇ ਇੰਡਸਟਰੀਜ਼ ਨੇ ਉਹ ਫਿਰ ਅੱਗੇ ਸਬ ਡਿਵਾਈਡਡ ਬਣਾਈਆਂ ਗਈਆਂ ਨੇ, ਜਿਹੜੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਐਕਸਟ੍ਰੀਕ੍ਰੀਏਸ਼ਨ ਐਕਟੀਵਿਟੀਜ਼ ਵੀ ਉਹ ਐਕਟੀਵਿਟੀ ਜਿਹੜੀਆਂ ਨੈਚੁਰਲ ਰਿਸੋਰਸ ਉੱਤੇ ਡਿਵੈਲਪ ਕਰਦੀਆਂ ਨੇ, ਇਹ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਉਹਦੇ ਕੰਜ਼ੰਪਸ਼ਨ ਅਤੇ ਉਹਦੀ ਸਪਲਾਈ ਜਿਹੜੀ ਆ ਰॉ ਮਟੀਰੀਅਲ ਦੀ ਉਹ ਸਾਨੂੰ ਕੀ ਆ ਕੁਦਰਤ ਦੁਆਰਾ ਹੁੰਦੀ ਆ ਅਤੇ ਅਸੀਂ ਉਹਨੂੰ ਯੂਜ਼ ਕਰਦੇ ਹਾਂ ਅਤੇ ਉਦੋਂ ਤੋਂ ਅਸੀਂ ਆਪਣੀ ਇਨਕਮ ਨੂੰ ਜਨਰੇਟ ਕਰਦੇ ਹਾਂ। ਫੋਰ ਐਗਜ਼ਾਮਪਲ ਆ ਜਾਂਦੀ ਆ ਫਾਰਮਿੰਗ, ਮਾਈਨਿੰਗ, ਹੰਟਿੰਗ ਜਾਂ ਫਿਸ਼ਿੰਗ। ਇਹ ਸਾਰੀਆਂ ਚੀਜ਼ਾਂ ਕੀ ਨੇ, ਇਹ ਸਾਡੀਆਂ ਉਹ ਇੰਡਸਟਰੀ ਨੇ ਜਿਹੜੀਆਂ ਕਿ ਕੁਦਰਤੀ ਰਿਸੋਰਸ ਉੱਤੇ ਡਿਪੈਂਡ ਕਰਦੀਆਂ ਨੇ। ਨੈਕਸਟ ਹੈ ਸਾਡੇ ਕੋਲ, ਆਈ ਹੋਪ ਤੁਹਾਨੂੰ ਇਹਦੇ ਬਾਰੇ ਪਤਾ ਲੱਗਿਆ ਹੋਵੇਗਾ। ਨੈਕਸਟ ਹੈਗਾ ਜੈਨੇਟਿਕ ਇੰਡਸਟਰੀਜ਼। ਜੈਨੇਟਿਕ ਇੰਡਸਟਰੀਜ਼ ਉਹ ਇੰਡਸਟਰੀਜ਼ ਹੁੰਦੀਆਂ ਨੇ ਇਹ ਕੀ ਆ ਰੀਅਰ ਅਤੇ ਬਲੀਡਿੰਗ ਜਿਹੜੇ ਪਲਾਂਟਸ ਹੁੰਦੇ ਆ ਐਨੀਮਲਸ ਅਤੇ ਵਰਡਸ ਦੇ ਵਿੱਚ ਜਿਹੜੇ ਫਰਦਰ ਰੀਪਰੋਡਕਸ਼ਨ ਕਰ ਸਕਦੇ ਆ ਉਹਨਾਂ ਤੋਂ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹਾਂ ਜਾਂ ਇਹਨਾਂ ਦੀ ਗਰੋਥ ਕੀਤੀ ਜਾਂਦੀ ਆ। ਫੋਰ ਐਗਜ਼ਾਮਪਲ ਪੋਲਟਰੀ ਫਾਰਮ ਹੋ ਗਏ, ਠੀਕ ਹੈ ਜੀ, ਪਲਾਂਟਸ ਦੇ ਜਿਹੜੇ ਗਰੋਨ ਕਰਦੇ ਆ ਨਰਸਰੀਜ਼ ਦੇ ਵਿੱਚ, ਇਹ ਸਾਰੀਆਂ ਜੈਨੇਟਿਕਸ ਇੰਡਸਟਰੀ ਦੇ ਵਿੱਚ ਆਉਂਦੇ ਆ ਅਤੇ ਇਹ ਪ੍ਰਾਇਮਰੀ ਇੰਡਸਟਰੀ ਦਾ ਪਾਰਟ ਨੇ। ਇਹਨਾਂ ਤੋਂ ਅੱਗੇ ਫਰਦਰ ਜਿਹੜੀਆਂ ਨੇ ਚੀਜ਼ਾਂ ਨੂੰ ਯੂਜ਼ ਕੀਤਾ ਜਾਂਦਾ ਵਾ ਆਪਣੀ ਪ੍ਰੋਡਕਸ਼ਨ ਵਧਾਉਣ ਦੇ ਲਈ ਅਤੇ ਆਪਣੀ ਸੇਲ ਕਰਨ ਦੇ ਲਈ। ਸੈਕਿੰਡ ਹੈਗਾ ਸੈਕੰਡਰੀ ਸੈਕਟਰ। ਸੈਕੰਡਰੀ ਸੈਕਟਰ ਕੀ ਹੁੰਦਾ, ਸੈਕੰਡਰੀ ਸੈਕਟਰ ਆਫ ਆ ਇਕੋਨਮੀ ਇਨਵੋਲਵਸ ਦੋਜ਼ ਇੰਡਸਟਰੀਜ਼ ਵਿਚ ਪ੍ਰੋਡਿਊਸ ਦੀਆਂ ਫਿਨਿਸ਼ਡ unable goods with the help of the raw material, machine and labor. The secondary industries are to the sometime also called to the production sector. Electrical industries, chemical industry, food industry etc. are the type of secondary industry. Secondary industry ਜਿਹੜੀਆਂ ਹੁੰਦੀਆਂ ਨੇ ਉਹ ਇੰਡਸਟਰੀਆਂ ਜਿਹੜੀਆਂ ਕਿ ਅਨੇਬਲ ਜਿਹੜਾ ਅਨਫਿਨਿਸ਼ ਪ੍ਰੋਡਕਟ ਹੁੰਦਾ ਵਾ ਉਹਨੂੰ ਫਿਨਿਸ਼ ਕਰ ਦੇਣਾ ਅਤੇ ਉਹਨੂੰ ਅੱਗੇ ਮਾਰਕੀਟ ਦੇ ਵਿੱਚ ਸੇਲ ਆਊਟ ਕਰਨਾ ਵਾ। ਇਹ ਕੀ ਹੁੰਦੇ ਆ, ਇਹ ਜਾਂ ਤਾਂ ਅਸੀਂ ਹੈਲਪ ਆਫ ਦੀ ਰॉ ਮਟੀਰੀਅਲ ਕੀਤੀਆਂ ਜਾਂਦੀਆਂ ਨੇ ਮਸ਼ੀਨਸ ਦਾ ਲੇਬਰ ਦੁਆਰਾ ਉਹਨਾਂ ਨੂੰ ਫਿਨਿਸ਼ਿੰਗ ਪ੍ਰੋਡਕਟ ਦਾ ਟੱਚ ਦਿੱਤਾ ਜਾਂਦਾ, ਜਿਵੇਂ ਕਿ ਇਹਨਾਂ ਦੀ ਐਗਜ਼ਾਮਪਲ ਕੀ ਨੇ ਇਲੈਕਟ੍ਰਿਸਿਟੀ ਆ ਗਈ, ਕੈਮੀਕਲ ਇੰਡਸਟਰੀ ਜਾਂ ਫੂਡ ਇੰਡਸਟਰੀ। ਇਹਨਾਂ ਨੂੰ ਵਿੱਚੋਂ ਸਾਨੂੰ ਕੀ ਆ ਰॉ ਮਟੀਰੀਅਲ ਮਿਲਦਾ ਵਾ ਅਤੇ ਉਹ ਰॉ ਮਟੀਰੀਅਲ ਦੇ ਉੱਤੇ ਉਹ ਵਰਕ ਕਰਦੇ ਨੇ ਅਤੇ ਉਹ ਤੋਂ ਇਹ ਫਿਨਿਸ਼ਿੰਗ ਪ੍ਰੋਡਕਟ ਬਣਾਉਂਦੇ ਆ। ਤਾਂ ਜਿਹੜਾ ਸੈਕੰਡਰੀ ਸੈਕਟਰ ਹੁੰਦਾ ਉਹ ਹੋਰ ਵੀ ਸਪੋਰਟ ਕਰਦਾ ਪ੍ਰਾਇਮਰੀ ਸੈਕਟਰ ਨੂੰ ਅਤੇ ਟੈਰੀਟਰੀ ਸੈਕਟਰ ਨੂੰ। ਪ੍ਰਾਇਮਰੀ ਸੈਕਟਰ ਦੇ ਵਿੱਚ ਜਿਵੇਂ ਰॉ ਮਟੀਰੀਅਲ ਸਾਨੂੰ ਜਿਹੜਾ ਹੋਏਗਾ ਸੈਕੰਡਰੀ ਸੈਕਟਰ ਨੂੰ ਉਹ ਪ੍ਰਾਇਮਰੀ ਸੈਕਟਰ ਤੋਂ ਮਿਲਦਾ ਵਾ, ਕਿਉਂਕਿ ਜਿਹੜੇ ਨੈਚੁਰਲ ਰਿਸੋਰਸਿਸ ਹੁੰਦੇ ਆ ਉਹ ਸਾਨੂੰ ਸੈਕੰਡਰੀ ਰਿਸੋਰਸਿਸ ਜਿਹੜੇ ਸੈਕੰਡਰੀ ਸੈਕਟਰ ਨੂੰ ਚਾਹੀਦੇ ਹੋਣਗੇ ਤਾਂ ਉਹ ਪ੍ਰਾਇਮਰੀ ਸੈਕਟਰ ਤੋਂ ਲੈਂਦਾ ਵਾ ਅਤੇ ਉਹਦੀ ਜਿਹੜੀ ਪ੍ਰਾਇਮਰੀ ਸੈਕਟਰ ਦੀ ਜਿਹੜੀ ਇਨਕਮ ਉਹ ਡਿਪੈਂਡ ਕਰਦੀ ਹੈ ਸੈਕੰਡਰੀ ਸੈਕਟਰ ਦੇ ਉੱਤੇ। ਟੈਰੀਟਰੀ ਸੈਕਟਰ ਜਿਹੜਾ ਹੁੰਦਾ ਉਹਨੂੰ ਸਰਵਿਸ ਸੈਕਟਰ ਕਿਹਾ ਜਾਂਦਾ ਵਾ, ਜਿਹਦੇ ਵਿੱਚ ਕੋਈ ਪ੍ਰੋਡਕਸ਼ਨ ਨਹੀਂ ਹੁੰਦੀ ਪਰ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਵਾਈ ਜਾਂਦੀ ਹੈ, ਤਾਂ ਉਹ ਵੀ ਸੈਕੰਡਰੀ ਸੈਕਟਰ ਦਾ ਹੀ ਇੱਕ ਪਾਰਟ ਹੁੰਦਾ। ਜੇਕਰ ਕੋਈ ਚੀਜ਼ ਬਣੂਗੀ ਤਾਂ ਹੀ ਉਹਦੀ ਸਰਵਿਸ ਪ੍ਰੋਵਾਈਡ ਹੋ ਸਕਦੀ ਹੈ, ਤਾਂ ਕਰਕੇ ਇਹ ਤਿੰਨੇ ਇੰਟਰਲੇਟਡ ਹੈਗੇ ਆ। ਨੈਕਸਟ ਤੁਹਾਨੂੰ ਹੁਣ ਪਤਾ ਹੀ ਲੱਗਾ ਜੈਨੇਟਿਕ ਇੰਡਸਟਰੀ ਦੇ ਬਾਰੇ ਗੱਲ ਕੀਤੀ, ਨੈਸੈਸਰੀ ਦੇ ਪ੍ਰਾਇਮਰੀ ਸੈਕਟਰ ਹੋ ਗਿਆ, ਠੀਕ ਹੈ ਜੀ। ਨੈਕਸਟ ਹੈ ਸਾਡੀ ਕਲਾਸੀਫਿਕੇਸ਼ਨ ਜਿਹੜੀ ਹੈ ਸੈਕੰਡਰੀ ਸੈਕਟਰ ਆ ਉਹ ਫਿਰ ਦੋ ਪਾਰਟਸ ਦੇ ਵਿੱਚ ਵੰਡੀ ਗਈ ਹੈ। ਪਹਿਲਾ ਹੈਗਾ ਕੰਸਟਰਕਸ਼ਨ ਇੰਡਸਟਰੀ। ਕੰਸਟਰਕਸ਼ਨ ਇੰਡਸਟਰੀ ਕਿਹੜੀ ਹੁੰਦੀ ਆ, ਜਿਹੜੇ ਨਿਰਮਾਣ ਕਰਦੇ ਆ, ਜਿਵੇਂ ਰੋਡਸ ਬਣਾਉਣੇ, ਬ੍ਰਿਜਿਸ ਬਣਾਉਣੇ, ਡੈਮਸ ਬਣਾਉਣੇ, ਅਤੇ ਇਹ ਸਾਰੇ ਚੀਜ਼ਾਂ ਦਾ ਜਿਹੜਾ ਕੰਮ ਹੁੰਦਾ ਉਹ ਸੈਕੰਡਰੀ ਸੈਕਟਰ ਦੇ ਵਿੱਚ ਆਉਂਦੇ। ਹੁਣ ਸੈਕੰਡਰੀ ਸੈਕਟਰ ਦੇ ਵਿੱਚ ਦੇਖ ਲਓ ਵੀ ਜਿਵੇਂ ਹੁਣ ਕੰਸਟਰਕਸ਼ਨ ਕਰ ਰਹੇ ਹਾਂ ਅਸੀਂ ਰੋਡ ਦੀ, ਤਾਂ ਸਾਨੂੰ ਰॉ ਮਟੀਰੀਅਲ ਦੀ ਲੋੜ ਪਏਗੀ, ਜਿਵੇਂ ਸਾਡੇ ਕੋਲ ਬਜਰੀ ਚਾਹੀਦੀ ਹੋਏਗੀ, ਸੀਮੈਂਟ ਚਾਹੀਦਾ ਹੋਵੇਗਾ, ਰੇਤਾ ਚਾਹੀਦਾ ਹੋਵੇਗਾ। ਸਾਰੇ ਨੈਚੁਰਲ ਰਿਸੋਰਸਿਸ ਨੇ ਜਿਹੜੇ ਕਿ ਕੁਦਰਤੀ ਸਾਧਨਾਂ ਤੋਂ ਮਿਲਦੇ ਆ, ਤਾਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਸਾਨੂੰ ਆਪਣੀ ਪ੍ਰੋਡਕਸ਼ਨ ਨੂੰ ਵਧਾਉਣ ਦੇ ਲਈ। ਨੈਕਸਟ ਸਾਡੇ ਕੋਲ ਹੈਗਾ ਮੈਨੂਫੈਕਚਰਿੰਗ ਇੰਡਸਟਰੀ। ਮੈਨੂਫੈਕਚਰਿੰਗ ਇੰਡਸਟਰੀ ਕਿਹੜੀ ਹੁੰਦੀ ਹੈ, ਜਿਹੜੀ ਕਿ ਨਿਰਮਾਣ ਕਰਦੀ ਹੈ ਕੋਈ ਨਵੀਂ ਚੀਜ਼ਾਂ ਨੂੰ ਬਣਾਉਣਾ ਅਤੇ ਉਸ ਚੀਜ਼ਾਂ ਨੂੰ ਯੂਟੀਲਾਈਜ਼ ਕਰਨਾ, ਤਾਂ ਉਹਦੇ ਬਾਰੇ ਸਾਰੀ ਜਿਹੜੀ ਡਿਟੇਲ ਮਿਲਦੀ ਆ ਉਹ ਸਾਨੂੰ ਸੈਕੰਡਰੀ ਸੈਕਟਰ ਤੋਂ ਹੀ ਮਿਲਦੀ ਆ।
ਨੈਕਸਟ ਤੇ ਲਾਸਟ ਹੈਗਾ ਵਾ ਇਹਨਾਂ ਦਾ ਪਾਰਟ ਟੈਰੀਟਰੀ ਸੈਕਟਰ। ਟੈਰੀਟਰੀ ਸੈਕਟਰ ਇਜ਼ ਆਲਸੋ ਨੋਨ ਐਜ਼ ਟੂ their ਸਰਵਿਸ ਸੈਕਟਰ। this sector is provide to their services instead of to their operating goods and services. The territory sector is a collection of those industry which has to provide their intangible services like transportation of goods and providing to their resource and electricities and water supply etc. ਟੈਰੀਟਰੀ ਸੈਕਟਰ ਕੀ ਆ, ਇਹਦੇ ਵਿੱਚ ਕੋਈ ਮੈਨੂਫੈਕਚਰਿੰਗ ਨਹੀਂ ਕੀਤੀ ਜਾਂਦੀ, ਪਰ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹਨਾਂ ਦੇ ਇੰਸਟੇਟ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ, ਜਿਵੇਂ ਕਿ ਕਸਟਮਰ ਕੇਅਰ ਸਰਵਿਸਿਜ਼ ਹੋ ਗਈਆਂ ਜਾਂ ਤੁਸੀਂ ਮੋਬਾਈਲ ਰਿਪੇਅਰਸ ਹੁੰਦੀਆਂ ਨੇ, ਇਹ ਸਰਵਿਸਿਜ਼ ਸਾਨੂੰ ਪ੍ਰੋਵਾਈਡ ਕਰਵਾਉਂਦੀਆਂ ਨੇ। ਇੱਕ ਟਵਿੱਟਰ ਆ, ਹੁਣ ਮੈਂ ਵੀ ਤੁਹਾਨੂੰ ਕੀ ਆ, ਇੱਕ ਤੁਹਾਨੂੰ ਟੀਚਿੰਗ ਕਰ ਰਿਹਾ ਵਾਂ ਐਜ਼ ਏ ਟਵਿੱਟਰ, ਅਤੇ ਤੁਹਾਨੂੰ ਇਸ ਚੀਜ਼ਾਂ ਬਾਰੇ ਗਾਈਡ ਕਰ ਰਿਹਾ, ਤਾਂ ਮੈਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ ਇਸ ਚੀਜ਼ ਦੀ। ਤਾਂ ਮੈਂ ਵੀ ਕਿਹਦੇ ਵਿੱਚ ਆ ਰਿਹਾ, ਟੈਰੀਟਰੀ ਸੈਕਟਰ ਦੇ ਵਿੱਚ ਆਉਣਾ। ਸੈੱਲਫੋਨ ਹੋ ਗਿਆ, ਇੰਟਰਨੈਟ ਹੋ ਗਿਆ, ਇਹ ਸਾਰੇ ਸਰਵਿਸ ਸੈਕਟਰ ਦੇ ਵਿੱਚ ਆਉਂਦੇ, ਜਿਹੜੇ ਇਹਨਾਂ ਵਿੱਚ ਵਰਕ ਕਰਦੇ ਨੇ। ਅਤੇ ਜਿਹੜੇ IT ਸੈਕਟਰ ਦੇ ਵਿੱਚ ਹੁੰਦੇ ਉਹ ਸਾਰੇ ਸਰਵਿਸ ਸੈਕਟਰ ਦੇ ਵਿੱਚ ਹੀ ਆਉਂਦੇ ਆ। ਅੱਜ ਕੱਲ੍ਹ ਜਿਹੜਾ ਇੰਡੀਆ ਦੇ ਵਿੱਚ ਜ਼ਿਆਦਾ ਇਨਕਮ ਜਿਹੜੀ ਜਨਰੇਟ ਹੋ ਰਹੀ ਆ ਉਹ ਟੈਰੀਟਰੀ ਸੈਕਟਰ ਤੋਂ ਹੋ ਰਹੀ ਆ। ਸਭ ਤੋਂ ਪਹਿਲਾਂ ਜਿਹੜਾ ਹੁੰਦਾ ਸੀ ਉਹ ਪ੍ਰਾਇਮਰੀ ਸੈਕਟਰ ਮੰਨਿਆ ਜਾਂਦਾ ਸੀ। ਤੁਹਾਨੂੰ ਪਤਾ ਹੀ ਐਗਰੀਕਲਚਰ ਦੇ ਉੱਤੇ ਪਹਿਲਾਂ ਸਾਡੇ ਲੋਕ ਜ਼ਿਆਦਾ ਨੈਸ਼ਨਲ ਇਨਕਮ ਆਉਂਦੀ ਸੀ, ਕਿਉਂਕਿ ਜ਼ਿਆਦਾ ਡਿਪੈਂਡੈਂਟ ਉਹਦੇ ਸੀ। ਹੌਲੀ ਹੌਲੀ ਜਿਹੜੀ ਗਰੋਥ ਹੋਣ ਲੱਗੀ ਸਾਡੀ ਇਕੋਨਮੀ ਦੀ, ਤਾਂ ਇਹ ਸੈਕੰਡਰੀ ਸੈਕਟਰ ਦੇ ਉੱਤੇ ਹੁਣ ਜਿਹੜਾ ਜ਼ਿਆਦਾ ਜ਼ੋਰ ਆ ਉਹ ਟੈਰੀਟਰੀ ਸੈਕਟਰ ਦੇ ਉੱਤੇ ਆ ਰਿਹਾ, ਕਿਉਂਕਿ ਇਹ ਸੈਕਟਰ ਜਿਹੜਾ ਵਰਲਡ ਲੈਵਲ ਦੇ ਉੱਤੇ ਵੀ ਗਰੋਥ ਕਰ ਰਿਹਾ ਵਾ, ਸਾਡੀ ਨੈਸ਼ਨਲ ਇਨਕਮ ਨੂੰ ਵਧਾਉਣ ਦੇ ਵਿੱਚ ਵੀ ਹੈਲਪ ਕਰ ਰਿਹਾ ਵਾ। ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਸਮਝ ਆਇਆ ਹੋਵੇਗਾ। ਮੈਂ ਫਿਰ ਤੋਂ ਰਿਵਿਊ ਕਰ ਰਿਹਾ ਵੀ ਇੰਡਸਟਰੀ ਕੀ ਹੁੰਦੇ ਨੇ। ਇੰਡਸਟਰੀ ਉਹ ਚੀਜ਼ਾਂ ਜਿੱਥੇ ਕੋਈ ਮੈਨੂਫੈਕਚਰਿੰਗ ਕੀਤੀ ਜਾਂਦੀ ਆ। ਕਾਮਰਸ ਕੀ ਹੁੰਦੀ ਆ, ਜਿਹੜਾ ਕਿ ਅਸੀਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਕਾਮਰਸ ਉਹ ਹੁੰਦਾ ਵਾ ਜਿਹਦੇ ਵਿੱਚ ਅਸੀਂ ਕੀ ਗੱਲ ਕਰਦੇ ਹਾਂ ਵੀ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਉਹਨੂੰ ਸੇਲ ਕਰਨਾ, ਲੋਕਾਂ ਤੱਕ ਪ੍ਰੋਵਾਈਡ ਕਰਵਾਉਣਾ ਅਤੇ ਪੈਸੇ ਅਰਨ ਕਰਨੇ। ਇੱਥੇ ਕੋਈ ਮੈਨੂਫੈਕਚਰਿੰਗ ਨਹੀਂ ਹੁੰਦੀ ਕਾਮਰਸ ਦੇ ਵਿੱਚ, ਇਹ ਯਾਦ ਰੱਖਣਾ ਵਾ। ਇੰਡਸਟਰੀ ਨੂੰ ਫਿਰ ਅਸੀਂ ਕਲਾਸੀਫਾਈਡ ਕੀਤਾ 3 ਪਾਰਟਸ ਦੇ ਵਿੱਚ, ਪ੍ਰਾਇਮਰੀ, ਸੈਕੰਡਰੀ ਅਤੇ ਟੈਰੀਟਰੀ। ਪ੍ਰਾਇਮਰੀ ਸੈਕਟਰ ਜਿਹੜਾ ਕਿ ਨੈਚੁਰਲ ਰਿਸੋਰਸਿਸ ਦੇ ਉੱਤੇ ਡਿਪੈਂਡੈਂਟ ਰਹਿੰਦਾ ਵਾ। ਇੱਥੇ ਕੋਈ ਵੀ ਹਿਊਮਨ ਮੇਡ ਕੋਈ ਵੀ ਚੀਜ਼ ਨਹੀਂ ਬਣਾਈ ਜਾਂਦੀ, ਅਤੇ ਇਹ ਕੁਦਰਤੀ ਸਾਧਨਾਂ ਨੂੰ ਯੂਜ਼ ਕਰਕੇ ਉੱਥੋਂ ਇਨਕਮ ਜਨਰੇਟ ਕੀਤੀ ਜਾਂਦੀ ਆ। ਸੈਕੰਡਰੀ ਸੈਕਟਰ ਜਿਹੜਾ ਕਿ ਮੈਨ ਮੇਡ ਹੁੰਦਾ ਵਾ, ਜਿਹੜਾ ਕਿ ਨੈਚੁਰਲ ਰਿਸੋਰਸਿਸ ਜਾਂ ਜਿਹੜੇ ਹੋਰ ਰਿਸੋਰਸਿਸ ਮਿਲਦੇ ਆ ਉਹਨੂੰ ਰॉ ਮਟੀਰੀਅਲ ਨੂੰ ਯੂਜ਼ ਕਰਕੇ ਫਿਨਿਸ਼ਿੰਗ ਪ੍ਰੋਡਕਟ ਦਿੰਦਾ ਵਾ, ਫਿਨਿਸ਼ਿੰਗ ਟੱਚ ਦਿੰਦਾ ਪ੍ਰੋਡਕਟਸ ਦੀ। ਇਹਦੇ ਵਿੱਚ ਉਹ ਮਸ਼ੀਨਰੀ ਨੂੰ ਯੂਜ਼ ਕਰਦਾ, ਲੇਬਰ ਨੂੰ ਯੂਜ਼ ਕਰਦਾ, ਲੈਂਡ, ਕੈਪੀਟਲ, ਇਹ ਚੀਜ਼ਾਂ ਯੂਜ਼ ਕਰਕੇ ਉਹ ਕੰਸਟਰਕਸ਼ਨ ਕਰਦਾ ਵਾ। ਜਿਵੇਂ ਇਹਦੀ ਐਗਜ਼ਾਮਪਲ ਦਿੱਤੀਆਂ ਨੇ, ਕੰਸਟਰਕਸ਼ਨ ਹੋ ਗਿਆ, ਮੈਨੂਫੈਕਚਰਿੰਗ ਹੋ ਗਿਆ। ਅਤੇ ਟੈਰੀਟਰੀ ਸੈਕਟਰ ਲਾਸਟ ਵਾਲਾ ਜਿਹੜਾ ਸਰਵਿਸ ਸੈਕਟਰ ਆ, ਜਿਹੜਾ ਕਿ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਵਾਉਂਦਾ ਵਾ। ਇਹਦੇ ਵਿੱਚ ਕੋਈ ਮੈਨੂਫੈਕਚਰਿੰਗ ਨਹੀਂ ਹੁੰਦੀ, ਪਰ ਜਿਹੜੀ ਚੀਜ਼ਾਂ ਬਣੀਆਂ ਹੋਈਆਂ ਨੇ ਉਹਨਾਂ ਰਿਲੇਟਡ ਇਹ ਸਰਵਿਸ ਪ੍ਰੋਵਾਈਡ ਕਰਵਾਉਂਦੀ ਆ। ਆਈ ਹੋਪ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਵੀ ਲੱਗਿਆ ਹੋਵੇਗਾ। ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਇਹਨੂੰ ਲਾਈਕ ਕਰੋ ਜੇਕਰ ਤੁਹਾਨੂੰ ਵਧੀਆ ਲੱਗਿਆ, ਤਾਂ ਇਹਨੂੰ ਸ਼ੇਅਰ ਵੀ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜਸਟ ਟੂ ਵੇਟ ਫॉर अ ब्राइट फ्यूचर, share with others. Thanks a lot for watching for my session and like this session.